ਜਦੋਂ ਤੁਸੀਂ ਆਪਣੇ ਮੈਂਬਰ ਆਫ ਦ ਫੈਮਿਲੀ ਕਲਾਸ ਚੁਣਨੇ ਨੇ, ਉਹ ਸਾਰੇ ਚੁਣਨੇ ਨੇ ਜਿਹੜੇ ਡਿਪੈਂਡੈਂਟ ਨੇ ਔਰ ਜਿਹੜੇ ਮਦਰ ਐਂਡ ਫਾਦਰ ਨੇ ਤੁਹਾਡੇ, ਜਾਂ ਪੇਰੈਂਟਸ ਨੇ ਤੁਹਾਡੇ, ਜਾਂ ਗ੍ਰੈਂਡ ਪੇਰੈਂਟਸ ਨੇ ਜਿਹਨੂੰ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ। ਪੇਰੈਂਟਸ ਦੀ ਜਿਹੜੀ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਹੈ, ਸਰਕਾਰ ਉਹਦੇ 'ਚ ਜਿਹੜੀ ਲੈਟਰ ਆਫ ਇਨਵੀਟੇਸ਼ਨਸ ਨੇ ਉਹ ਇਸ਼ੂ ਕਰੂਗੀ ਅਕਤੂਬਰ 10 ਤੋਂ ਬਾਅਦ। ਪਰ ਇਹਦੇ ਵਿੱਚ ਸਭ ਤੋਂ ਮੇਨ ਕੰਡੀਸ਼ਨ ਜਿਹੜੀ ਉਹ ਸ਼ਾਇਦ ਇਨਕਮ ਰੱਖੀ ਸੀ ਨਾ। ਜੇ ਤੁਹਾਡੀ ਇਨਕਮ ਘੱਟ ਵੀ ਸੀ, ਪਾਰਟਿਸਿਪੇਟ ਤੁਸੀਂ ਫਿਰ ਵੀ ਕਰ ਸਕਦੇ ਸੀ। ਓਕੇ, ਫਿਰ ਵੀ ਤੁਸੀਂ ਅੱਗੇ ਤੱਕ ਲੈ ਕੇ ਜਾ ਸਕਦੇ ਸੀ ਐਪਲੀਕੇਸ਼ਨ। ਇੱਕ ਉਹਦਾ ਪ੍ਰੋਸੈਸ ਚੇਂਜ ਹੋ ਜਾਂਦਾ। ਜਿਹੜੇ ਇੰਡੀਵਿਜੂਅਲ ਦੀ ਇਨਕਮ ਘਟੂਗੀ ਜਾਂ ਇਨਕਮ ਪੂਰੀ ਨਹੀਂ ਕਰ ਪਾਉਣਗੇ, 133 ਨੂੰ ਬਰੀਚ ਕਰ ਜਾਣਗੇ, ਤਾਂ ਫਿਰ ਉਹਨਾਂ ਨੂੰ ਰਿਫਿਊਜ਼ਲ ਜਿਹੜੀ ਹੈ ਆਊਗੀ। ਜਿਵੇਂ ਕਿਸੇ ਦਾ ਵਿਆਹ ਹੋਇਆ, ਕਿਸੇ ਨੇ ਜਿਵੇਂ ਸਪਾਂਸਰਸ਼ਿਪ ਕੀਤਾ ਹੋਇਆ ਪੇਰੈਂਟਸ ਨੂੰ ਔਰ ਚੱਲਦੀ ਐਪਲੀਕੇਸ਼ਨ 'ਚ ਐਡ ਕਰਵਾਉਣਾ ਚਾਹੁੰਦਾ ਤਾਂ ਹੁਣ ਐਡ ਕਰਾ ਸਕਦੇ ਨੇ। ਜਿਹੜਾ ਸਵਾਲ ਤੁਹਾਨੂੰ ਸਰਕਾਰ ਪੁੱਛਦੀ ਹੈ ਉਹ ਸਿਰਫ ਸਵਾਲ ਇਹ ਹੁੰਦਾ ਵੀ ਜੇ ਤੁਹਾਡੀ ਐਪਲੀਕੇਸ਼ਨ ਅਸੀਂ ਰਿਫਿਊਜ਼ ਕਰ ਦਈਏ ਤਾਂ ਤੁਹਾਡੀ ਜਿਹੜੀ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਹੈ, ਇਹ ਤੁਸੀਂ ਚਾਹੁੰਦੇ ਹੋ ਵੀ $75 ਕੱਟ ਕੇ ਤੁਹਾਨੂੰ ਵਾਪਸ ਕਰ ਦਿੱਤੇ ਜਾਣ ਪੈਸੇ। ਤਾਂ ਆਮ ਕਰਕੇ ਜਿਹੜਾ ਵਿਅਕਤੀ ਹੈ ਯੈਸ ਕਰ ਦਿੰਦਾ, ਉਹ ਕਰਦਾ ਯੈਸ, ਉਹ ਨਾਲ ਹੀ ਆਪਣਾ ਅਪੀਲ ਦਾ ਰਾਈਟ ਗਵਾ ਲੈਂਦਾ। ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡੇ ਸਾਰਿਆਂ ਦਾ ਹੀ ਬਹੁਤ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਮੈਂ ਜੋਗਰਾਜ ਸਿੰਘ ਕਾਲੋਂ ਤੇ ਸਾਡੇ ਨਾਲ ਇਸ ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਲਈ ਅਮਨ ਖਹਿਰਾ CWC ਇਮੀਗ੍ਰੇਸ਼ਨ ਤੋਂ ਨੇ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਬਾਬਤ ਇੱਕ ਰੀਸੈਂਟ ਕੈਨੇਡਾ ਦੇ ਵਿੱਚ ਅਪਡੇਟ ਆਈ ਕਿ ਤੁਹਾਡੇ ਮਾਪੇ ਜਾਂ ਤੁਹਾਡੇ ਦਾਦਾ ਦਾਦੀ ਉਹ ਪੱਕੇ ਤੌਰ ਦੇ ਉੱਤੇ ਕੈਨੇਡਾ ਹੁਣ ਆ ਸਕਣਗੇ। ਕਿੰਨਾ ਦੇ ਆ ਸਕਣਗੇ, ਕਿੰਨਾ ਦੇ ਨਹੀਂ ਆ ਸਕਣਗੇ, ਕਿ ਤੁਸੀਂ ਉਸ ਕੈਟਾਗਰੀ 'ਚ ਆਉਂਦੇ ਹੋ? ਜੇ ਨਹੀਂ ਆਉਂਦੇ ਤਾਂ ਤੁਸੀਂ ਕੀ ਕਰ ਸਕਦੇ ਹੋ? ਜੇ ਆਉਂਦੇ ਹੋ ਤਾਂ ਫਿਰ ਤੁਸੀਂ ਆਉਣ ਵਾਲੇ ਸਮੇਂ 'ਚ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ? ਨਹੀਂ ਤੇ ਤੁਸੀਂ ਆਏ ਵੀ ਉਸ ਕੈਟਾਗਰੀ ਦੇ ਵਿੱਚ ਨਾ ਆਇਆਂ ਦੇ ਬਰਾਬਰ ਹੋਵੋਗੇ। ਜੇਕਰ ਤੁਸੀਂ ਇਹਨਾਂ ਚੰਦ ਪੁਆਇੰਟਸ ਦਾ ਧਿਆਨ ਨਹੀਂ ਰੱਖਿਆ, ਉਹਦੇ ਵਿੱਚ ਬਹੁਤ ਵੱਡਾ ਫੈਕਟਰ ਤੁਹਾਡੀ ਇਨਕਮ ਹੋ ਸਕਦੀ ਆ। ਡਿਟੇਲ ਗੱਲਬਾਤ ਇਸ ਮਸਲੇ ਤੇ ਆਪਾਂ ਕਰਾਂਗੇ ਖਹਿਰਾ ਸਾਹਿਬ ਨਾਲ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਇਆਂ। ਥੈਂਕ ਯੂ ਜੀ। ਖਹਿਰਾ ਸਾਹਿਬ ਪਹਿਲਾਂ ਤੇ ਹੁਣ ਅਪਡੇਟ ਕੀ ਆਈ ਉਹਦੇ ਬਾਰੇ ਦੱਸੋ ਜੀ। ਪੇਰੈਂਟਸ ਦੀ ਜਿਹੜੀ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਹੈ, ਸਰਕਾਰ ਉਹਦੇ 'ਚ ਜਿਹੜੀ ਲੈਟਰ ਆਫ ਇਨਵੀਟੇਸ਼ਨਸ ਨੇ ਉਹ ਇਸ਼ੂ ਕਰੂਗੀ ਅਕਤੂਬਰ 10 ਤੋਂ ਬਾਅਦ। ਔਰ ਉਹਦੇ 'ਚ ਤਕਰੀਬਨ 21,000 ਪਲੱਸ ਜਿਹੜੀਆਂ ਇਨਵੀਟੇਸ਼ਨਸ ਨੇ ਉਹ ਜਾਣੀਆਂ ਹੈਗੀਆਂ, ਜਿਹਦੇ 'ਚ ਉਹਨਾਂ ਨੇ ਜਿਹੜੀ ਸਿਲੈਕਸ਼ਨ ਕਰਨੀ ਹੈ ਜਾਂ ਜਿਹੜੀਆਂ ਵਾਪਸ ਜਿਹੜੀਆਂ ਐਪਲੀਕੇਸ਼ਨਸ ਆਉਣਗੀਆਂ ਉਹ ਤਕਰੀਬਨ 15,000 ਐਪਲੀਕੇਸ਼ਨ। ਇਹ ਬਾਈ ਜੀ ਕਿੱਦਾਂ ਇਨਵੀਟੇਸ਼ਨ 21,000 ਨੂੰ ਭੇਜਣਾ? ਪਹਿਲਾਂ ਹੀ ਮੰਨ ਕੇ ਚੱਲ ਰਿਹਾ ਵੀ 6,000 ਕੈਂਸਲ ਕਰਨੀਆਂ ਜਾਂ 6,000 ਕੈਂਸਲ ਹੋਣਗੀਆਂ। ਨਹੀਂ, ਪੁਰਾਣੇ ਟਾਈਮ ਦੇ ਵਿੱਚ ਰਿਹਾ ਹੈਗਾ ਵੀ ਜਦੋਂ ਤੁਸੀਂ ਐਪਲੀਕੇਸ਼ਨ ਜਾਂ ਇਨਵੀਟੇਸ਼ਨਸ ਭੇਜਦੇ ਹੈਗੇ ਹੋ ਤਾਂ ਉਨੀਆਂ ਐਪਲੀਕੇਸ਼ਨਸ ਕੰਪਲੀਟ ਵਾਪਸ ਨਹੀਂ ਆਉਂਦੀਆਂ ਹੈਗੀਆਂ ਲਿਮਿਟਿਡ ਸਮੇਂ ਦੇ ਵਿੱਚ। ਸੋ ਇਸ ਕਰਕੇ ਸਰਕਾਰ ਨੇ ਅਸਿਊਮ ਕੀਤਾ ਵੀ ਇੰਨੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕੰਪਲੀਟ ਐਪਲੀਕੇਸ਼ਨਸ ਆਉਣਗੀਆਂ। ਯੈਸ, ਇਨਵੀਟੇਸ਼ਨ ਜ਼ਿਆਦਾ ਇਸ ਲਈ ਕਰੀਆਂ ਜਾਂਦੀਆਂ ਨੇ ਵੀ ਜਿਹੜਾ ਕੋਟਾ ਹੈਗਾ ਉਹਨੂੰ ਐਟਲੀਸਟ ਫਿਲ ਅਪ ਕਰਿਆ ਜਾਵੇ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਇਹ ਡਰਾਜ਼ ਕੱਢੇ ਸੀਗੇ ਸਰਕਾਰ ਨੇ ਉਦੋਂ ਇਹ ਪ੍ਰੋਬਲਮ ਆਈ ਸੀ ਵੀ ਜਿਹੜੀਆਂ ਐਪਲੀਕੇਸ਼ਨ 2020 ਦੇ ਵਿੱਚ, ਹਾਂਜੀ, ਐਪਲੀਕੇਸ਼ਨਸ ਨਹੀਂ, ਉਹ ਤੋਂ ਵੀ ਪਹਿਲਾਂ ਐਪਲੀਕੇਸ਼ਨਸ ਅਨਫਿਲਡ ਐਪਲੀਕੇਸ਼ਨਸ ਆਈਆਂ ਨਹੀਂ ਸਰਕਾਰ, ਜਿਹੜੀਆਂ ਇਨਕੰਪਲੀਟ ਐਪਲੀਕੇਸ਼ਨਸ ਹੋ ਗਈਆਂ ਸੀ, ਜਿਹਦੇ ਕਰਕੇ ਜਿਹੜਾ ਅਸੀਂ ਡਰਾ ਸਿਗਨੀਫਿਕੈਂਟ ਨੰਬਰਸ ਕੱਢੇ ਜਾਂਦੇ ਨੇ, ਜਿਹਦੇ ਕਰਕੇ ਜਿਹੜੀਆਂ ਨੰਬਰ ਆਫ ਫਿਲਡ ਐਪਲੀਕੇਸ਼ਨਸ ਨੇ ਉਹ ਆ ਜਾਂਦੀਆਂ ਨੇ ਐਕਸਪੈਕਟਡ ਨੰਬਰਸ। ਅੱਛਾ, ਇਹ ਹੁਣ ਇਨਵੀਟੇਸ਼ਨ ਕਿਹਨਾਂ ਨੂੰ ਆਉਣੇ? ਜਿਨ੍ਹਾਂ ਨੇ 2020 ਦੇ ਵਿੱਚ ਫਾਈਲਾਂ ਲਾਈਆਂ ਸੀ ਉਹਨਾਂ ਨੂੰ ਆਉਣੇ? ਇਹਦੇ ਵਿੱਚ ਨਵੇਂ ਤਾਂ ਨਹੀਂ ਕੋਈ ਲਏ ਜਾ ਰਹੇ? ਕਲੀਅਰ ਕਰ ਦਿਓ ਇੱਕ ਵਾਰੀ ਜੀ। ਗਵਰਨਮੈਂਟ ਜਿਹੜੀ ਹੈ ਉਹ 2020 ਦੇ ਜਿਹੜੇ ਡਰਾਜ਼ ਨੇ, ਜਿਨ੍ਹਾਂ ਨੇ ਪੂਲ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ, ਉਹਨਾਂ ਦੀ ਹੀ ਐਪਲੀਕੇਸ਼ਨ ਨੂੰ ਲਈ। ਕਿੰਨੀਆਂ ਕਦੋਂ ਪੂਲ ਦੇ ਵਿੱਚ ਪਈਆਂ ਸੀ? ਉਦੋਂ 2 ਲੱਖ ਐਪਲੀਕੇਸ਼ਨ ਸੀ। ਹੁਣ ਤੱਕ ਕਿੰਨੀਆਂ ਜਾ ਸਕੀਆਂ ਨੇ? ਦੇਖੋ, ਉਹਦੇ 'ਚ ਆਲਮੋਸਟ 40,000 ਪਲੱਸ ਨੋਮੀਨੇਸ਼ਨਸ ਆਲਰੇਡੀ ਜਾ ਚੁੱਕੀਆਂ ਨੇ, ਜਿਹੜੀ ਪਿਛਲੇ 2-3 ਸਾਲਾਂ ਦੇ ਵਿੱਚ, ਪਿਛਲੇ ਸਾਲ ਦੇ ਵਿੱਚ। ਓਨਲੀ ਪ੍ਰੋਬਲਮ ਇਜ਼ ਉਹ ਤੋਂ ਪਹਿਲਾਂ ਜਿਹੜੀ ਸਰਕਾਰ ਨੇ 10,000 ਕੱਢਿਆ ਸੀ, ਸੋ ਤਕਰੀਬਨ 50,000 ਐਪਲੀਕੇਸ਼ਨਸ ਜਾ ਚੁੱਕੀਆਂ। ਸੋ ਹੁਣ ਜਿਹੜਾ ਨਵਾਂ ਜਦੋਂ ਪੂਲ ਖੋਲ੍ਹਿਆ, ਜਿਹੜਾ ਪੂਲ ਇਨਵੀਟੇਸ਼ਨ ਦੇਣਾ ਸੀਗਾ ਲੋਕਾਂ ਨੂੰ ਅਪਲਾਈ ਕਰਨ ਲਈ, ਉਹ ਸਰਕਾਰ ਨੇ ਹਾਲੇ ਵੀ ਇਨਵਾਈਟ ਨਹੀਂ ਕੀਤਾ। ਸੋ ਪਿਛਲੇ 2020 ਤੋਂ ਬਾਅਦ ਕਿਸੇ ਵੀ ਪਰਮਾਨੈਂਟ ਰੈਜ਼ੀਡੈਂਟ ਜਾਂ ਜਿਹੜੇ ਸਿਟੀਜ਼ਨ ਹੈ ਉਹ ਆਪਣਾ ਜਿਹੜਾ ਰਾਈਟ ਆਫ ਸਪਾਂਸਰਸ਼ਿਪ ਹੈ ਉਹਨੂੰ ਐਕਸਰਸਾਈਜ਼ ਨਹੀਂ ਕਰ ਪਾਏ, ਬਿਕੋਜ਼ ਇਸ ਰਿਸਟ੍ਰਿਕਸ਼ਨ ਕਰਕੇ, ਕਿਉਂਕਿ ਸਰਕਾਰ ਨੇ ਉਹਨਾਂ ਦੀ ਐਪਲੀਕੇਸ਼ਨ ਨੂੰ ਪੂਲ 'ਚ ਪਾਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ। ਕਿਉਂਕਿ ਜਿਹੜੀਆਂ ਪਹਿਲੀਆਂ ਲੱਗੀਆਂ ਸੀ ਜੀ ਉਹ ਜਦੋਂ ਤੱਕ ਪੂਰੀਆਂ ਹੋਣਗੀਆਂ ਉਦੋਂ ਤੱਕ ਨਵੀਆਂ ਨਹੀਂ ਲਈਆਂ ਜਾਣਗੀਆਂ। ਇਹ ਵਜ੍ਹਾ ਨਹੀਂ ਜੀ, ਇਹ ਵਜ੍ਹਾ ਨਹੀਂ ਲੱਗਦੀ ਹੈਗੀ, ਤਾਂ ਪੋਲੀਟੀਕਲ ਰੀਜ਼ਨ ਜ਼ਿਆਦਾ ਲੱਗਦਾ। ਅੱਛਾ, ਕੋਈ ਸਰਕਾਰ ਨੇ ਇਹਦੀ ਕੋਈ ਵਜ੍ਹਾ ਨਹੀਂ ਦਿੱਤੀ ਹੈਗੀ।
ਵੀ ਕਿਉਂ ਬਾਰ-ਬਾਰ ਉਹ ਸੇਮ ਪੂਲ ਚੋਂ ਕੱਢੀਆਂ ਜਾ ਰਹੀ ਨੇ ਐਪਲੀਕੇਸ਼ਨ, ਕਿਉਂਕਿ ਜਿਹੜੇ ਇੰਡੀਵਿਜੂਅਲ ਨੇ ਜਦੋਂ ਇੱਥੇ ਪਰਮਨੈਂਟ ਰੈਜ਼ੀਡੈਂਟ ਹੁੰਦੇ ਨੇ ਉਹਨਾਂ ਨੂੰ ਸਿਟੀਜ਼ਨ ਬਣਨਾ ਹੁੰਦਾ, ਉਹਨਾਂ ਕੋਲ VOTING ਰਾਈਟ ਹੁੰਦਾ। ਸੋ ਜਿਹੜੇ ਇੰਡੀਵਿਜੂਅਲ 3 ਸਾਲ ਦਾ ਉਹ ਟਾਈਮ ਪੂਰਾ ਕਰ ਲੈਂਦੇ ਨੇ, ਸਿਟੀਜ਼ਨਸ਼ਿਪ ਅਪਲਾਈ ਕਰਦੇ ਨੇ, ਉਸ ਤੋਂ ਬਾਅਦ ਤੁਸੀਂ ਤਕਰੀਬਨ ਸਾਲ ਦਾ ਜਿਹੜਾ ਸਮਾਂ ਲੱਗ ਜਾਂਦਾ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੇ ਸੋ 4 ਸਾਲ ਦਾ ਹੀ ਟਾਈਮ ਹੋ ਜਾਂਦਾ। ਹੁਣ ਜਿਹੜੇ ਉਹ ਇੰਡੀਵਿਜੂਅਲ ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ ਸੀ ਪੂਲ ਦੇ ਵਿੱਚ, ਜੇ ਪਰਮਨੈਂਟ ਰੈਜ਼ੀਡੈਂਟ ਸੀ, ਅੱਜ ਦੀ ਡੇਟ ਦੇ ਵਿੱਚ ਉਹ ਸਿਟੀਜ਼ਨ ਹੋਣਗੇ। ਸੋ ਜੇ ਉਹਨਾਂ ਦੀ ਇਨਵੀਟੇਸ਼ਨ ਆਊਗੀ, ਪੇਰੈਂਟਸ ਦੀ ਇਨਵੀਟੇਸ਼ਨ ਆਊਗੀ, ਤਾਂ ਇੱਕ ਡੈਫੀਨੇਟਲੀ ਇੱਕ ਪੋਜ਼ਿਟਿਵ ਇੰਪ੍ਰੈਸ਼ਨ ਜਾਊਗਾ, ਇੰਡੀਵਿਜੂਅਲ ਲੱਗੂਗਾ ਵੀ ਮੇਰੇ ਪੇਰੈਂਟਸ ਨੇ ਜਿਹੜੇ ਇਹ ਸਰਕਾਰ ਬਹੁਤ ਪ੍ਰੋ ਇਮੀਗ੍ਰੇਸ਼ਨ ਹੈ ਤੇ ਮੇਰੇ ਪੇਰੈਂਟਸ ਨੂੰ ਇਮੀਗ੍ਰੇਸ਼ਨ ਦੇਣ ਦੇ ਵਿੱਚ ਹੈਲਪ ਕੀਤੀ। ਬਟ ਜਿਹੜੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਉਹਨਾਂ ਕੋਲ ਕੋਈ VOTING ਰਾਈਟ ਤਾਂ ਹੈ ਨਹੀਂ, ਸੋ ਜੇ ਉਹ ਅਪਸੈਟ ਵੀ ਹੁੰਦੇ ਨੇ ਤਾਂ ਉਹਦਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਵੋਟਾਂ 'ਚ। ਪਰ ਅਦਰਵਾਈਜ਼ ਕੋਈ ਹੋਰ ਇਹੋ ਜਿਹਾ ਕੋਈ ਰੀਜ਼ਨ ਨਹੀਂ ਹੈਗਾ, ਕਿਉਂਕਿ ਰਾਈਟ ਆਫ ਸਪਾਂਸਰਸ਼ਿਪ ਤਾਂ ਸਾਰਿਆਂ ਦਾ ਸੇਮ ਹੈ। ਇਨਫੈਕਟ ਇਹਦੇ ਨਾਲ ਤਾਂ ਇੱਕ ਡਿਵੀਜ਼ਨ ਕ੍ਰੀਏਟ ਹੁੰਦੀ ਹੈ, ਜਿਹੜੇ ਨਵੇਂ ਪਰਮਨੈਂਟ ਰੈਜ਼ੀਡੈਂਟ ਬਣੇ ਨੇ ਉਹ ਪੁਰਾਣੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ ਨੂੰ ਕਿਵੇਂ ਡਿਫਰੈਂਟ ਨੇ, ਕਿਉਂਕਿ ਸਪਾਂਸਰਸ਼ਿਪ ਰਾਈਟ ਤਾਂ ਜਿਹੜਾ ਉਹ ਸਾਰਿਆਂ ਦਾ ਸੇਮ ਹੈ ਐਕਟ ਦੇ ਵਿੱਚ। ਬਿਲਕੁਲ। ਸੋ ਪੋਲੀਟੀਕਲ ਬੈਨੀਫਿਟ ਵੀ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਹੁੰਦੇ ਨੇ ਨਾ, ਜਦੋਂ ਕੋਈ ਵੀ ਅਨਾਉਂਸਮੈਂਟਸ ਹੁੰਦੀਆਂ ਨੇ। ਅੱਛਾ ਬਾਈ ਜੀ, ਹੁਣ ਮੰਨ ਲਓ ਇਨਵੀਟੇਸ਼ਨਸ ਆ ਗਈਆਂ ਜੀ, ਹੁਣ 2020 ਦੇ ਵਿੱਚ ਮੰਨ ਲਓ ਮੈਂ ਆਪਣੀ ਫਾਈਲ ਲਾਈ ਸੀਗੀ ਹੈ ਨਾ, ਆਪਣੇ ਪੇਰੈਂਟਸ ਦੀ, ਗ੍ਰੈਂਡ ਪੇਰੈਂਟਸ ਦੀ, ਉਦੋਂ ਮੈਂ ਠੀਕ ਆ PR ਸੀ, ਚਾਹੇ ਅੱਜ ਵੀ PR ਆ, ਚਾਹੇ ਸਿਟੀਜ਼ਨ ਆ, ਉਹ ਇੱਕ ਅਲੱਗ ਗੱਲ ਆ। ਪਰ ਇਹਦੇ ਵਿੱਚ ਸਭ ਤੋਂ ਮੇਨ ਕੰਡੀਸ਼ਨ ਜਿਹੜੀ ਉਹ ਸ਼ਾਇਦ ਇਨਕਮ ਰੱਖੀ ਸੀ ਨਾ, ਪਿਛਲੀਆਂ 2 ਕਿ 3 ਸਾਲਾਂ ਦੀ ਇਨਕਮ ਦਿਖਣੀ। ਉਦੋਂ ਲਾਉਣ ਦੇ ਸਮੇਂ ਮੇਰੀ ਇਨਕਮ ਪੂਰੀ ਉਦੋਂ ਬਿਲਕੁਲ ਠੀਕ ਸੀਗੀ ਪਿਛਲੇ 3 ਸਾਲਾਂ ਦੀ, ਪਰ ਅੱਜ ਤੋਂ ਮੇਰੀ ਪਿਛਲੇ, ਜਦੋਂ ਹੁਣ ਮੰਨ ਲਓ ਮੈਨੂੰ ਅੱਗੇ ਇਨਵੀਟੇਸ਼ਨ ਆਏਗਾ, ਅੱਜ ਤੋਂ ਪਿਛਲੇ 3 ਸਾਲਾਂ ਦੀ ਇਨਕਮ ਦੇਖੀ ਜਾਏਗੀ ਇਹਦੇ ਵਿੱਚ। ਜੀ ਬਿਲਕੁਲ। ਜਿਹੜਾ ਇਨਕਮ ਹੈਗਾ ਬਾਈ ਜੀ, ਉਹ ਇੱਕ ਤੁਸੀਂ ਇਨਕਮ ਦਾ, ਜੇ ਤੁਹਾਡੀ ਇਨਕਮ ਘੱਟ ਵੀ ਸੀ, ਪਾਰਟਿਸਿਪੇਟ ਤੁਸੀਂ ਫਿਰ ਵੀ ਕਰ ਸਕਦੇ ਸੀ। ਫਿਰ ਵੀ ਤੁਸੀਂ ਅੱਗੇ ਤੱਕ ਲੈ ਕੇ ਜਾ ਸਕਦੇ ਸੀ ਐਪਲੀਕੇਸ਼ਨ। ਇੱਕ ਉਹਦਾ ਪ੍ਰੋਸੈਸ ਚੇਂਜ ਹੋ ਜਾਂਦਾ। ਇਹ ਇੱਕ ਪ੍ਰੀ ਰਿਕੁਇਜ਼ਿਟ ਹੈ। ਜੇ ਤੁਹਾਡੀ ਇਨਕਮ ਪੂਰੀ ਨਹੀਂ ਹੁੰਦੀ ਤਾਂ ਤੁਸੀਂ 133 ਜਿਹੜਾ ਸੈਕਸ਼ਨ ਹੈਗਾ ਇਮੀਗ੍ਰੇਸ਼ਨ ਐਕਟ ਦਾ, ਉਹਦੀ ਬ੍ਰੀਚ ਦੇ ਵਿੱਚ ਆ ਜਾਂਦੇ ਹੋ। ਜੇ ਉਹਨੂੰ ਬ੍ਰੀਚ ਕਰ ਜਾਂਦੇ ਹੋ, ਇਟ ਮੀਨਸ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਆਫਿਸਰ ਟਰਨ ਡਾਊਨ ਕਰੂਗਾ, ਵੀਜ਼ਾ ਰਿਫਿਊਜ਼ ਕਰੂਗਾ। ਨਾਓ ਇਹ ਉਹ ਕੇਸਿਸ ਵੀ ਨੇ ਜਿਹੜੇ ਟ੍ਰਾਂਜੀਸ਼ਨ ਦੇ ਵਿੱਚ ਨੇ, ਜਿਵੇਂ ਫਰਜ਼ ਕੀਤਾ ਜਦੋਂ ਉਹਨਾਂ ਨੇ ਪੂਲ ਦੇ ਵਿੱਚ ਪਾਰਟਿਸਿਪੇਟ ਕੀਤਾ, ਉਹਨਾਂ ਦੀ ਇਨਕਮ ਪੂਰੀ ਸੀਗੀ, ਬਟ ਹੁਣ ਜਿਵੇਂ 4 ਸਾਲ ਦਾ ਟਾਈਮ ਨਿਕਲ ਗਿਆ, 3 ਸਾਲ ਦਾ ਟਾਈਮ ਨਿਕਲ ਗਿਆ, ਮਾਫ ਕਰਨਾ, ਤਾਂ ਉਹਦੇ ਵਿੱਚ ਜੇ ਉਹਨਾਂ ਦੀ ਇਨਕਮ ਘੱਟ ਹੋ ਗਈ ਜਾਂ ਉਹਨਾਂ ਦਾ ਫੈਮਿਲੀ ਮੈਂਬਰ ਐਡੀਸ਼ਨ ਹੋ ਗਈ, ਉਦੋਂ ਸਿੰਗਲ ਸੀ, ਅੱਜ ਉਹ ਵਿਆਹੇ ਗਏ, ਉਦੋਂ ਉਹਨਾਂ ਦੇ ਬੱਚਾ ਨਹੀਂ ਸੀ, ਅੱਜ ਉਹਨਾਂ ਦੇ ਬੱਚਾ ਹੋ ਗਿਆ, ਜਾਂ ਕੋਈ ਫੈਮਿਲੀ ਮੈਂਬਰ ਘੱਟ ਗਿਆ, ਤਾਂ ਇਨਕਮ ਵੀ ਉਸੇ ਅਕੋਰਡਿੰਗਲੀ ਪ੍ਰੋਪੋਰਸ਼ਨਲੀ ਵੱਧਦੀ ਘੱਟਦੀ ਚਾਹੀਦੀ ਹੈ ਤੁਹਾਨੂੰ, ਜੇ ਤੁਸੀਂ ਕੁਆਲੀਫਾਈ ਰਹਿਣਾ ਹੈਗਾ, ਕੁਆਲੀਫਿਕੇਸ਼ਨ ਦੇ ਵਿੱਚ ਰਹਿਣਾ। ਨਾ ਜਿਹੜੇ ਇੰਡੀਵਿਜੂਅਲ ਦੀ ਇਨਕਮ ਘਟੂਗੀ ਜਾਂ ਇਨਕਮ ਪੂਰੀ ਨਹੀਂ ਕਰ ਪਾਉਣਗੇ, 133 ਨੂੰ ਬ੍ਰੀਚ ਕਰ ਜਾਣਗੇ, ਤਾਂ ਫਿਰ ਉਹਨਾਂ ਨੂੰ ਰਿਫਿਊਜ਼ਲ ਜਿਹੜੀ ਹੈ ਆਊਗੀ। ਨਾ ਇਹਦੇ 'ਚ ਤੁਸੀਂ ਐਜ਼ ਐਨ ਐਪਲੀਕੈਂਟ ਸਿਆਣੇ ਹੋਣੇ ਚਾਹੀਦੇ ਹੋ, ਕਿਉਂਕਿ ਸਰਕਾਰ ਤੁਹਾਨੂੰ ਚਾਂਸ ਜਿਹੜੇ ਅਪੀਲ ਦਾ ਰਾਈਟ ਤਾਂ ਹੀ ਦਿੰਦੀ ਹੈ ਜੇ ਤੁਸੀਂ ਉਹ ਰਾਈਟ ਮੰਗਿਆ ਹੋਇਆ। ਇਸ ਐਪਲੀਕੇਸ਼ਨ ਖਾਸ ਕਰਕੇ ਕਿੱਦਾਂ ਮੰਗਿਆ ਜਾ ਸਕਦਾ ਰਾਈਟ ਜੀ? ਜਿਹੜਾ ਸਵਾਲ ਤੁਹਾਨੂੰ ਸਰਕਾਰ ਪੁੱਛਦੀ ਹੈ, ਉਹ ਸਿਰਫ ਸਵਾਲ ਇਹ ਹੁੰਦਾ ਵੀ ਜੇ ਤੁਹਾਡੀ ਐਪਲੀਕੇਸ਼ਨ ਅਸੀਂ ਰਿਫਿਊਜ਼ ਕਰ ਦਈਏ ਤਾਂ ਤੁਹਾਡੀ ਜਿਹੜੀ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਹੈ, ਇਹ ਤੁਸੀਂ ਚਾਹੁੰਦੇ ਹੋ ਵੀ $75 ਕੱਟ ਕੇ ਤੁਹਾਨੂੰ ਵਾਪਸ ਕਰ ਦਿੱਤੇ ਜਾਣ ਪੈਸੇ। ਤਾਂ ਆਮ ਕਰਕੇ ਜਿਹੜਾ ਵਿਅਕਤੀ ਹੈ ਯੈਸ ਕਰ ਦਿੰਦਾ, ਉਹ ਕਰਦਾ ਯੈਸ, ਉਹ ਨਾਲ ਹੀ ਆਪਣਾ ਅਪੀਲ ਦਾ ਰਾਈਟ ਗਵਾ ਲੈਂਦਾ। ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ, ਕਿਸੇ ਵੀ ਕਾਰਨ ਕਰਕੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਫੈਮਿਲੀ ਕਲਾਸ ਦੇ ਅੰਦਰ ਅਪੀਲ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ। ਬਾਈ ਜੀ ਆਮ ਬੰਦਾ ਕਿੱਦਾਂ ਸਮਝੇ ਇਸ ਗੱਲ ਨੂੰ? ਤੇ ਕਿਤੇ ਉਹ ਲਿਖਿਆ ਨਹੀਂ ਹੁੰਦਾ ਨਾ ਨੋਟਸ ਵਿੱਚ ਜਾਂ ਕਿਤੇ। ਸੋ ਇਸੇ ਕਰਕੇ ਤੁਸੀਂ ਪ੍ਰੋਫੈਸ਼ਨਲਸ ਨੂੰ ਹਾਇਰ ਕਰਦੇ ਹੋ, ਔਰ ਉਹ ਪ੍ਰੋਫੈਸ਼ਨਲ ਜਿਹੜੇ ਅਪੀਲਸ ਕਰਦੇ ਨੇ, ਕਿਉਂਕਿ ਇਹ ਜਿਹੜਾ ਕੁਐਸਚਨ ਵੀ ਪੁੱਛਿਆ ਜਾਂਦਾ ਇਹ ਬੜਾ ਇੰਟੈਲੀਜੈਂਟਲੀ ਪੁੱਛਿਆ ਜਾਂਦਾ, ਔਰ ਇਹ ਬੜਾ ਸਿਰਫ ਚੋਇਸ ਦਿੱਤੀ ਜਾਂਦੀ ਹੈ ਯੈਸ ਐਂਡ ਨੋ, ਕੋਈ ਐਕਸਪਲੇਨੇਸ਼ਨ ਨਹੀਂ ਹੁੰਦੀ ਇਹਦੇ 'ਚ। ਜੇ ਤੁਸੀਂ ਕਹਿੰਦੇ ਹੋ ਵੀ ਨਹੀਂ, ਤੁਸੀਂ ਅੱਗੇ ਪ੍ਰੋਸੀਡ ਕਰੋਗੇ, ਔਰ ਜੇ ਤੁਹਾਡੀ ਐਪਲੀਕੇਸ਼ਨ ਕਿਸੇ ਵਜ੍ਹਾ ਕਰਕੇ ਵੀ ਟਰਨ ਡਾਊਨ ਕੀਤੀ ਜਾਊਗੀ ਐਟ ਐਨੀ ਸਟੈਪ, ਐਟ ਐਨੀ ਸਟੇਜ, ਫਿਰ ਤੁਸੀਂ ਅਪੀਲ ਕਰਨਾ ਚਾਹੋਗੇ। ਇਹ ਜਿਹੜੀ ਵਰਡਿੰਗ ਹੈ ਉਹ ਇਹ ਨਹੀਂ ਲਿਖਿਆ ਹੁੰਦਾ ਵੀ ਕੀ ਤੁਸੀਂ ਅਪੀਲ ਕਰਨਾ ਚਾਹੋਗੇ। ਜਿਵੇਂ ਮੈਂ ਸਿੰਪਲ ਸ਼ਬਦਾਂ 'ਚ ਸਮਝਾਇਆ ਵੀ ਜੇ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਕੀ ਤੁਸੀਂ ਅਪੀਲ ਕਰਨਾ ਚਾਹੋਗੇ? ਤੁਸੀਂ ਆਮ ਕਰਕੇ ਵਿਅਕਤੀ ਕਹਿਣਗੇ ਯੈਸ, ਕਿਉਂਕਿ ਉਹਨਾਂ ਨੂੰ ਜਿਹੜੀ $550 ਫੀਸ ਹੈ ਉਹ ਨਹੀਂ ਚੁੱਭਦੀ ਹੁੰਦੀ, ਪੇਰੈਂਟਸ ਦੀ ਇਮੀਗ੍ਰੇਸ਼ਨ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਪਰ ਸਵਾਲ ਇਹ ਪੁੱਛਿਆ ਜਾਂਦਾ ਵੀ ਤੁਸੀਂ ਜਿਹੜੀ ਫੀਸ ਵਾਪਸ ਲੈਣਾ ਚਾਹੋਗੇ? ਉਹ ਆਮ ਇੰਡੀਵਿਜੂਅਲ ਕਹਿੰਦਾ ਯੈਸ ਮੈਂ ਵਾਪਸ ਲੈਣਾ ਚਾਹੂੰਗਾ, ਮੈਨੂੰ ਰਿਫੰਡ ਕਰ ਦਿਓ। ਉੱਥੇ ਨੋ ਕਰਨਾ ਚਾਹੀਦਾ ਯੈਸ, ਜੇ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ। ਯੈਸ, ਚੋਇਸ ਤੁਹਾਡੀ ਹੈ ਐਜ਼ ਅ ਕਲਾਇੰਟ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਰੈਪਰੀਕੇਸ਼ਨ ਕੀ ਹੈ। ਸੋ ਇਸੇ ਕਰਕੇ ਜਦੋਂ ਤੁਸੀਂ ਕਿਸੇ ਇੰਡੀਵਿਜੂਅਲ ਨੂੰ ਹਾਇਰ ਕਰਦੇ ਹੋ, ਉਹ ਇੰਡੀਵਿਜੂਅਲ ਹਾਇਰ ਕਰ ਰਹੇ ਹੋ ਤਾਂ ਜਿਨ੍ਹਾਂ ਨੇ ਕੰਪੀਟੈਂਟਲੀ ਅਪੀਲਸ ਕੀਤੀਆਂ ਹੋਈਆਂ ਨੇ, ਬਿਕੋਜ਼ ਜਦੋਂ ਰਿਫਿਊਜ਼ਲ ਲੈ ਕੇ ਤੁਸੀਂ ਆਫਿਸ ਦੇ ਵਿੱਚ ਆਉਂਦੇ ਹੋ, ਉਹਦੇ 'ਚ ਲਿਖਿਆ ਹੁੰਦਾ ਵੀ ਤੁਸੀਂ ਆਪਦਾ ਅਪੀਲ ਰਾਈਟ ਜਿਹੜਾ ਹੈਗਾ ਵੇਵ ਆਊਟ ਕਰ ਚੁੱਕੇ ਹੋ, ਤੇ ਤੁਸੀਂ ਅਪੀਲ ਨਹੀਂ ਕਰ ਸਕਦੇ।
ਉੱਥੋਂ ਤੁਹਾਨੂੰ ਜਾਣਕਾਰੀ ਹੁੰਦੀ ਹੈ। ਸੋ ਇਹ ਜਿਹੜਾ ਇੰਨਾ ਐਕਸਪੈਂਸਿਵ ਲੈਸਨ ਤੁਹਾਨੂੰ ਮਿਲਦਾ ਹੈ, ਉਹ ਟਾਈਮ ਮਿਲਦਾ ਇੰਡੀਵਿਜੂਅਲ ਨੂੰ। ਇੱਕ ਕੁਐਸਚਨ, ਜਦੋਂ ਅਪੀਲ ਦੀ ਰਿਕੁਐਸਟ ਕਰਨੀ ਆ ਉਹ ਐਟ ਦਾ ਟਾਈਮ ਜਦੋਂ ਐਪਲੀਕੇਸ਼ਨ ਸਬਮਿਟ ਕਰ ਰਹੇ ਉਦੋਂ ਹੀ ਕਰਨੀ ਪੈਂਦੀ ਹੈ ਨਾਲ ਦੀ ਨਾਲ, ਕਿ ਜਾਂ ਬਾਅਦ ਵਿੱਚ ਮੌਕਾ ਮਿਲਦਾ ਆ? ਨੋ, ਫਾਰਮਲ ਐਪਲੀਕੇਸ਼ਨ ਜਦੋਂ ਹੁਣ ਅਕਤੂਬਰ 10 ਤੋਂ ਬਾਅਦ ਇਨਵੀਟੇਸ਼ਨਸ ਆਉਣਗੀਆਂ ਤੇ ਤੁਹਾਡੇ ਤੋਂ ਫਾਰਮਲ ਐਪਲੀਕੇਸ਼ਨ ਮੰਗੀ ਜਾਊਗੀ। ਉਸ ਫਾਰਮਲ ਐਪਲੀਕੇਸ਼ਨ ਦੇ ਵਿੱਚ ਵਨ ਆਫ ਦਾ ਕੁਐਸਚਨ ਹੋਊਗਾ ਜਿਹੜਾ ਤੁਸੀਂ ਦੱਸਣਾ ਹੈਗਾ ਵੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ। ਜੇ ਤੁਸੀਂ ਉਹਨੂੰ ਇਹ ਸੋਚ ਕੇ ਕਰ ਲਿਆ ਵੀ ਮੈਨੂੰ ਰਿਫੰਡ ਮਿਲ ਜਾਏ ਤਾਂ ਹੋਰ ਤੁਹਾਡਾ ਅਪੀਲ ਦਾ ਰਾਈਟ ਚਲਾ ਗਿਆ। ਉਹ ਠੀਕ ਹੈ, ਉਹ ਤੁਹਾਨੂੰ ਐਟ ਦਾ ਟਾਈਮ ਆਫ ਸਬਮਿਸ਼ਨ ਹੀ ਕਰਨੀ ਪੈਣੀ। ਅੱਛਾ, ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਧਿਆਨ ਰੱਖਣ ਦੀ ਲੋੜ ਹੋਈ ਜਦੋਂ ਕਿਸੇ ਨੂੰ ਇਨਵੀਟੇਸ਼ਨ ਆਉਂਦਾ ਕਿ ਇਹੀ ਮੇਨ ਆਬਜੈਕਟਿਵ ਇਹੀ ਇਹਦੇ ਵਿੱਚ? ਦੇਖੋ, ਸੈਕੰਡ ਹੁੰਦਾ ਜਿਹੜੇ ਏਜਡ ਪੇਰੈਂਟਸ ਨੇ, ਉਹਨਾਂ ਨੂੰ ਕਿਉਂਕਿ ਮੈਡੀਕਲ ਇੱਕ ਐਗਜ਼ਾਮੀਨੇਸ਼ਨ ਦੇ ਥਰੂ ਗੁਜ਼ਰਨਾ ਪੈਂਦਾ। ਜੇ ਖਾਸ ਕਰਕੇ ਡਿਪੈਂਡੈਂਟ ਚਾਈਲਡ ਆ ਰਿਹਾ, ਸਾਰਿਆਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਣਾ। ਤਾਂ ਕਈ ਦਫਾ ਇਹ ਸਲਾਹ ਮਿਲਦੀ ਹੈ, ਜਿਵੇਂ ਕਿਸੇ ਦਾ ਕੋਈ ਡਿਪੈਂਡੈਂਟ ਚਾਈਲਡ ਹੈ ਤਾਂ ਉਹਨਾਂ ਨੂੰ ਇਹ ਸਲਾਹ ਕਰ ਦਿੰਦੇ ਨੇ ਵੀ ਤੁਸੀਂ ਡਿਪੈਂਡੈਂਟ ਚਾਈਲਡ ਨੂੰ ਐਕਸਕਲੂਡ ਕਰ ਦਿਓ ਐਪਲੀਕੇਸ਼ਨ 'ਚ, ਬਿਕੋਜ਼ ਉਹਨਾਂ ਦੀ ਜਿਹੜੀ ਇਨਐਡਮਿਸਿਬਿਲਿਟੀ ਹੈ ਸਾਰੇ ਇੰਡੀਵਿਜੂਅਲਸ ਨੂੰ ਇਨਐਡਮਿਸਿਬਲ ਬਣਾ ਦੂਗੀ। ਐਕਟ ਤਾਂ ਇਹ ਕਹਿੰਦਾ ਯੈਸ ਇਨਐਡਮਿਸਿਬਲ ਬਣ ਜਾਓਗੇ, ਬਟ ਤੁਸੀਂ ਮਿਸਰਿਪਰੈਜ਼ੈਂਟ ਨਹੀਂ ਕਰਨਾ, ਨੰਬਰ 1। ਐਂਡ ਸੈਕੰਡ, ਜਿਹੜੇ ਇੰਡੀਵਿਜੂਅਲ ਨੂੰ ਤੁਸੀਂ ਐਕਸਕਲੂਡ ਕਰਨ ਜਾ ਰਹੇ ਹੋ ਉਹ ਫਿਰ ਦਫਾ 117(9)(d) ਲੱਗ ਜਾਂਦੀ ਹੈ, ਮੀਨਸ ਉਹ ਐਕਸਕਲੂਡਡ ਰਿਲੇਸ਼ਨਸ਼ਿਪ 'ਚ ਆ ਜਾਣਗੇ। ਰਾਈਟ, ਸੋ ਇਹਦਾ ਮਤਲਬ ਇਹ ਹੈਗਾ ਵੀ ਜਦੋਂ ਤੁਸੀਂ ਆਪਣੇ ਮੈਂਬਰ ਆਫ ਦਾ ਫੈਮਿਲੀ ਕਲਾਸ ਚੁਣਨੇ ਨੇ, ਉਹ ਸਾਰੇ ਚੁਣਨੇ ਨੇ ਜਿਹੜੇ ਡਿਪੈਂਡੈਂਟ ਨੇ ਔਰ ਜਿਹੜੇ ਮਦਰ ਐਂਡ ਫਾਦਰ ਨੇ ਤੁਹਾਡੇ, ਜਾਂ ਪੇਰੈਂਟਸ ਨੇ ਤੁਹਾਡੇ, ਜਾਂ ਗ੍ਰੈਂਡ ਪੇਰੈਂਟਸ ਨੇ ਜਿਹਨੂੰ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ। ਨਾਓ ਇੱਕ ਜਿਹੜੀ ਆਮ ਕਰਕੇ ਦੇਖੀ ਜਾਂਦੀ ਹੈ ਗਲਤੀ ਜਿਹੜੀ ਹੁੰਦੀ ਹੈ, ਜਿਵੇਂ ਸਪਾਂਸਰ ਤੇ ਕੋ-ਸਾਈਨਰ ਇਕੱਠੇ ਹੋ ਕੇ ਐਪਲੀਕੇਸ਼ਨ ਦਾਇਰ ਕਰਦੇ ਨੇ। ਸਪਾਂਸਰ ਨੇ ਇਹ ਤੋਂ ਪਹਿਲਾਂ 10 ਸਾਲਾਂ ਦੇ ਵਿੱਚ ਕਿਸੇ ਨੂੰ ਕੀਤਾ ਹੋਇਆ ਸਪਾਂਸਰਸ਼ਿਪ, ਜਾਂ ਕੋ-ਸਾਈਨਰ ਨੇ ਕੀਤਾ ਹੋਇਆ ਸਪਾਂਸਰਸ਼ਿਪ, ਤਾਂ ਉਹਨਾਂ ਨੇ ਅੰਡਰਟੇਕਿੰਗਸ ਪੁਰਾਣੀਆਂ ਦਿੱਤੀਆਂ ਹੋਈਆਂ ਨੇ। ਅੱਜ ਕੱਲ੍ਹ ਦੀ ਅੰਡਰਟੇਕਿੰਗ ਤਾਂ 20 ਸਾਲ ਹੋ ਗਈ, ਪੁਰਾਣੀ 10-10 ਸਾਲ ਦੀ ਸੀ। ਸੋ ਇਟ ਮੀਨ ਜੇ ਪੁਰਾਣੇ ਉਹਨਾਂ ਨੇ ਪੇਰੈਂਟਸ ਆਪਣੇ ਬੁਲਾਏ ਹੋਏ ਨੇ ਤੇ ਉਹ ਪੀਰੀਅਡ ਜੇ ਅਲੈਪਸ ਨਹੀਂ ਹੋਇਆ, ਨਿਕਲਿਆ ਨਹੀਂ ਹੈਗਾ ਪੀਰੀਅਡ, ਤਾਂ ਉਹਨਾਂ ਨੂੰ ਵੀ ਕਾਊਂਟ ਕਰਿਆ ਜਾਊਗਾ ਐਪਲੀਕੇਸ਼ਨ 'ਚ। ਸੋ ਇਹ ਜਿਹੜੀ ਕੈਲਕੂਲੇਸ਼ਨ ਆਫ ਮੈਂਬਰ ਆਫ ਫੈਮਿਲੀ ਕਲਾਸ ਨੇ ਉਹ ਵੀ ਐਕੂਰੇਟ ਹੋਣੀ ਚਾਹੀਦੀ ਹੈ। ਔਰ ਜਿਹੜਾ ਕੋ-ਸਾਈਨਰ ਦੀ ਐਡੀਸ਼ਨ ਹੈ, ਇਹ ਵੀ ਇੱਕ ਵੱਖਰਾ ਚੈਲੰਜ ਹੈ, ਕਿਉਂਕਿ ਚਲਦੀ ਐਪਲੀਕੇਸ਼ਨ 'ਚ ਕੋ-ਸਾਈਨਰ ਨੂੰ ਸਰਕਾਰ ਐਡ ਨਹੀਂ ਕਰ ਦਿੰਦੀ। ਐਕਟ 'ਚ ਅੱਜ ਵੀ ਇਹ ਹੈ, ਪਰ ਕਿਉਂਕਿ ਦੁਕਾਜ ਵਰਸਸ ਕੈਨੇਡਾ ਬਹੁਤ ਪ੍ਰੋਮੀਨੈਂਟ ਕੇਸ ਲਾਅ ਹੈ, ਜਿਹੜਾ ਇੰਡੀਵਿਜੂਅਲ ਨੇ ਇਹ ਕੇਸ ਫਾਈਟ ਕੀਤਾ ਸੀ ਔਰ ਜਿੱਤਿਆ ਵੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜਿਹੜਾ ਕੋ-ਸਾਈਨਰ ਹੈ ਉਹਨੂੰ ਮੈਂਬਰ ਆਫ ਦਾ ਫੈਮਿਲੀ ਕਲਾਸ ਦਾ ਤੁਸੀਂ ਮੰਨ ਲੈਂਦੇ ਹੋ, ਪਰ ਉਹਦੀ ਇਨਕਮ ਨੂੰ ਐਡ ਨਹੀਂ ਕਰ ਦਿੰਦੇ ਤੁਸੀਂ, ਤਾਂ ਇਹ ਤਾਂ ਇੱਕ ਇਨਜਸਟਿਸ ਹੋ ਗਿਆ। ਸੋ ਕੋਰਟ ਨੇ ਵੀ ਕਿਹਾ ਸੀ ਵੀ ਜੇ ਤੁਸੀਂ ਉਹਨੂੰ ਮੈਂਬਰ ਆਫ ਦਾ ਫੈਮਿਲੀ ਕਲਾਸ ਮੰਨ ਰਹੇ ਹੋ, ਫਿਰ ਉਹਦੀ ਇਨਕਮ ਵੀ ਕਰੋ, ਤਾਂ ਕਿ ਫਿਰ ਇਹ ਜਿਹੜਾ ਡਿਸੀਜਨ ਉਹ ਬੈਲੈਂਸ ਹੋਵੇ। ਰਾਈਟ, ਤੋ ਇਸ ਕਰਕੇ ਜਿਵੇਂ ਕਿਸੇ ਦਾ ਵਿਆਹ ਹੋਇਆ, ਕਿਸੇ ਨੇ ਜਿਵੇਂ ਸਪਾਂਸਰਸ਼ਿਪ ਕੀਤਾ ਹੋਇਆ ਪੇਰੈਂਟਸ ਨੂੰ ਔਰ ਚੱਲਦੀ ਐਪਲੀਕੇਸ਼ਨ 'ਚ ਐਡ ਕਰਵਾਉਣਾ ਚਾਹੁੰਦਾ, ਤਾਂ ਹੁਣ ਐਡ ਕਰਾ ਸਕਦੇ ਨੇ। ਬਿਲਕੁਲ ਠੀਕ ਬਾਈ ਜੀ, ਸਮਾਂ ਤਕਰੀਬਨ ਸਮਾਪਤ ਆ। ਬਾਕੀ ਜਿਸ ਕਿਸੇ ਨੇ ਵੀ ਇਸ ਬਾਬਤ ਹੋਰ ਜਾਣਕਾਰੀ ਲੈਣੀ ਹੋਊਗੀ ਤੁਹਾਡੇ ਨਾਲ ਸੰਪਰਕ ਕਰ ਲੈਣਗੇ। ਤੁਹਾਡਾ ਅੱਜ ਲਈ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਪ੍ਰੋਗਰਾਮ 'ਚ ਇੰਨਾ ਹੀ ਜੀ, ਸਾਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।